ਸੋ ਸਟੂਡੈਂਟਸ ਨੈਕਸਟ ਜਿਹੜਾ ਆਪਾਂ ਟੌਪਿਕ ਕਰਨਾ ਆ ਟਿਸ਼ੂ ਕਲਚਰ ਦੇ ਵਿੱਚ ਉਹ ਹੈਗੀ ਆ ਨੈਕਸਟ ਹੈਗੀ ਆ ਟਾਈਪ ਆਫ ਟਿਸ਼ੂ ਕਲਚਰ। ਜਿੱਦਾਂ ਆਪਾਂ ਲਾਸਟ ਟਾਈਮ ਕੀਤਾ ਸੀ ਕੈਲਸ ਕਲਚਰ ਅਤੇ ਹੁਣ ਆਪਾਂ ਕਰਨਾ ਸਸਪੈਂਸ਼ਨ ਕਲਚਰ। ਇਸ ਤੋਂ ਬਾਅਦ ਆਪਣਾ ਐਮਬਰੀਓ ਕਲਚਰ ਰਹਿ ਜਾਏਗਾ, ਠੀਕ ਹੈ। ਸੋ ਸਸਪੈਂਸ਼ਨ ਕਲਚਰ ਕੀ ਹੁੰਦਾ ਆ, ਜਿੱਦਾਂ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਆਪਾਂ ਲਾਸਟ ਟਾਈਮ ਕੀਤਾ ਸੀ ਕੈਲਸ ਕਲਚਰ। ਕੈਲਸ ਕਲਚਰ ਦੇ ਵਿੱਚ ਆਪਾਂ ਕੀ ਕਰਦੇ ਹਾਂ, ਆਪਾਂ ਗਰੋਥ ਕਰਦੇ ਹਾਂ ਨਾ ਕਿਸੇ ਪਲਾਂਟ ਸੈੱਲ ਤੋਂ, ਪਲਾਂਟ ਦਾ ਪਾਰਟ ਲੈ ਕੇ, ਜਿਵੇਂ ਕਿ ਕਹਿ ਲਓ ਕਿ ਲੀਫ ਦਾ ਪਾਰਟ ਲਿਆ ਆਪਾਂ ਜਾਂ ਮਟੀਰੀਅਲ ਲਿਆ ਲੀਫ ਦਾ, ਉਹਦੇ ਵਿੱਚੋਂ ਆਪਾਂ ਉਹਦੇ ਚੋਂ ਟਿਸ਼ੂ ਐਕਸਟਰੈਕਟ ਕੀਤੇ, ਅਲੱਗ ਕੀਤੇ, ਪੀਸਿਸ 'ਚ ਕੱਟ ਕੀਤੇ, ਟਿਸ਼ੂ ਕੱਢਿਆ, ਫਿਰ ਟਿਸ਼ੂ ਦੇ ਥਰੂ ਆਪਾਂ ਕਲਚਰ ਕਰਿਆ ਉਹਨੂੰ, ਹੈ ਨਾ। ਸੋ ਉਸ ਪਾਰਟ ਨੂੰ ਐਕਸਪਲਾਂਟ ਦੇ ਥਰੂ ਆਪਾਂ ਜਿਹੜਾ ਕਲਚਰ ਕੀਤਾ ਵਿਦਿਨ ਦੀ ਹੈਲਪ ਆਫ ਸੈਮੀ ਸੋਲਿਡ ਨਿਊਟਰੀਐਂਟ ਮੀਡੀਆ, ਉਹਨੂੰ ਆਪਾਂ ਕੀ ਕਹਿੰਦੇ ਹਾਂ, ਕੈਲਸ ਕਲਚਰ। ਸੋ ਕੈਲਸ ਕਲਚਰ ਦੇ ਵਿੱਚ ਬੇਸਿਕਲੀ ਆਪਾਂ ਲਾਸਟ ਟਾਈਮ ਕੀ ਪੜ੍ਹਿਆ ਸੀ, ਕੀ ਹੁੰਦਾ ਕੈਲਸ ਕਲਚਰ। ਕੈਲਸ ਕਲਚਰ ਕੀ ਹੁੰਦਾ, ਆਰਟੀਫਿਸ਼ਲ ਨਿਊਟਰੀਐਂਟ ਮੀਡੀਆ ਜਿਹੜਾ ਕਿ ਸੈਮੀ ਸੋਲਿਡਸ ਹੁੰਦਾ ਹੈ। ਏਸੈਪਟਿਕ ਇਨਵਾਇਰਮੈਂਟ ਦੇ ਵਿੱਚ ਕੀ ਕਰਦੇ ਹਾਂ, ਆਪਾਂ ਪਲਾਂਟ ਦਾ ਪਾਰਟ ਲੈਂਦੇ ਹਾਂ ਜਾਂ ਟਿਸ਼ੂ ਲੈਂਦੇ ਹਾਂ। ਜਿੱਦਾਂ ਕਿ ਆਹ ਡਾਇਗਰਾਮ ਬਣਾਈ ਸੀ ਮੈਂ ਕਿ ਆਪਾਂ ਚਾਹੇ ਕੋਈ ਲੀਫ ਲੈ ਲਈਏ, ਉਹਦਾ ਲੀਫ ਦਾ ਆਪਾਂ ਬਾਅਦ ਵਿੱਚ ਐਕਸਪਲਾਂਟ ਬਣਾ ਲਿਆ ਐਕਸਟਰੈਕਟ ਕੱਢ ਕੇ, ਠੀਕ ਹੈ। ਉਹਦਾ ਐਕਸਪਲਾਂਟ ਲੈ ਕੇ ਉਹਨੂੰ ਕਲਚਰ ਕੀਤਾ, ਉਸ ਤੋਂ ਬਾਅਦ ਰੀਜਨਰੇਸ਼ਨ ਕਰਾਈ ਨਿਊ ਪਲਾਂਟ ਦੀ। ਜਾਂ ਤੁਸੀਂ ਕਹਿ ਲਓ ਕਿ ਆਪਾਂ ਕੋਈ ਟਿਸ਼ੂ ਲਿਆ ਜਾਂ ਕੋਈ ਪਲਾਂਟ ਦਾ ਪਾਰਟ ਲੈ ਲਿਆ, ਚਾਹੇ ਲੀਫ ਹੀ ਸਿੱਧਾ ਐਸ ਐਚ ਲੈ ਲਿਆ ਜਾਂ ਉਹਦਾ ਕੋਈ ਪਾਰਟ ਲੈ ਲਿਆ, ਉਹਦੇ 'ਚੋਂ ਟਿਸ਼ੂ ਕੱਢ ਲਏ, ਠੀਕ ਆ, ਉਹਨੂੰ ਆਪਾਂ ਕਹਿੰਦੇ ਹਾਂ ਕੈਲਸ ਕਲਚਰ। ਬਟ ਜਿਹੜਾ ਸਸਪੈਂਸ਼ਨ ਕਲਚਰ ਹੁੰਦਾ ਦੈਟ ਇਜ਼ ਕਾਲਡ ਐਜ਼ ਆ ਫੋਰਮੇਸ਼ਨ ਫਰੋਮ ਅ ਸਿੰਗਲ ਸੈੱਲ। ਸਿੰਗਲ ਸੈੱਲ ਤੋਂ ਫੋਰਮੇਸ਼ਨ ਕਰਨੀ ਪਲਾਂਟ ਦੀ, ਨਿਊ ਪਲਾਂਟ ਦੀ ਰੀਜਨਰੇਸ਼ਨ ਕਰਾਉਣੀ, ਚਾਹੇ ਰੀਜਨਰੇਸ਼ਨ ਆਫ ਪਲਾਂਟ ਹੋਵੇ, ਚਾਹੇ ਉਹ ਮੈਟਾਬੋਲਾਈਟਸ ਬਣਦੇ ਹੋਣ, ਸੈਕੰਡਰੀ ਮੈਟਾਬੋਲਾਈਟ ਜਿਵੇਂ ਤੁਹਾਨੂੰ ਪਹਿਲਾਂ ਕਰਾਇਆ ਸੀ। ਇਹਦੇ ਤੋਂ ਦੋ ਤਰ੍ਹਾਂ ਦੀ ਫੋਰਮੇਸ਼ਨ ਹੁੰਦੀ ਹੈ, ਇੱਕ ਤਾਂ ਪਲਾਂਟ ਰੀਜਨਰੇਟ ਹੋ ਜਾਂਦੇ ਆ, ਉਹ ਤਾਂ ਹਰ ਇੱਕ ਕਲਚਰ ਤੋਂ ਹੋਏਗਾ, ਹੈ ਨਾ। ਇੱਕ ਇਹਦੇ 'ਚ ਹੋਰ ਫੋਰਮੇਸ਼ਨ ਹੁੰਦੀ ਹੈ ਸੈਕੰਡਰੀ ਮੈਟਾਬੋਲਾਈਟਸ ਦੀ ਵਿਦ ਦੀ ਹੈਲਪ ਆਫ ਬਾਇਓ ਰਿਐਕਟਰ, ਉਹ ਮੈਂ ਤੁਹਾਨੂੰ ਅੱਗੇ ਦੱਸੂੰਗੀ। ਸੋ ਇਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਕੀ ਬਣਦਾ ਸਸਪੈਂਸ਼ਨ ਕਲਚਰ, ਕਿਹਦੇ ਤੋਂ ਫੋਰਮੇਸ਼ਨ ਹੁੰਦੀ ਆ, ਫਰੋਮ ਸਿੰਗਲ ਸੈੱਲ। ਇਹਦੇ ਵਿੱਚ ਕੀ ਆ ਕਿ ਚਾਹੇ ਸੈਲਸ ਨੇ ਜਿਹੜੇ, ਜਿਵੇਂ ਆਪਾਂ ਕੈਲਸ ਕਲਚਰ ਦੀ ਗੱਲ ਕਰਦੇ ਹਾਂ, ਕੈਲਸ ਕਲਚਰ ਦੇ ਵਿੱਚ ਕੀ ਹੁੰਦਾ ਕਿ ਆਪਾਂ ਕਹਿ ਦਿੰਦੇ ਹਾਂ ਗਰੁੱਪ ਆਫ ਸੈਲਸ, ਹੈ ਨਾ। ਜਿੱਦਾਂ ਆਪਾਂ ਕਹਿ ਦਿੰਦੇ ਹਾਂ ਕਿ ਕੈਲਸ ਕਲਚਰ ਕੀ ਹੁੰਦਾ, ਕੈਲਸ ਕਲਚਰ। ਸੋ ਕੈਲਸ ਕਲਚਰ ਕੀ ਹੁੰਦਾ, that is called as loosely packed mass of cells, ਠੀਕ ਹੈ। ਸੋ ਕੈਲਸ ਦੇ ਵਿੱਚ ਕੀ ਹੋਣਗੇ, ਲੂਜ਼ਲੀ ਪੈਕਡ ਮਾਸ ਸੈਲਸ ਹੋਣਗੇ, ਗਰੁੱਪ ਆਫ ਸੈਲਸ ਹੋਏਗਾ, ਚਾਹੇ ਟਿਸ਼ੂ ਹੋਵੇ, ਚਾਹੇ ਕੋਈ ਪਲਾਂਟ ਪਾਰਟ ਹੋਵੇ, ਹੈ ਨਾ। ਬਟ ਇਹ ਸਸਪੈਂਸ਼ਨ ਕਲਚਰ ਦੇ ਵਿੱਚ ਕੀ ਹੁੰਦਾ ਕਿ ਸਿੰਗਲ ਸੈੱਲ ਹੋਣਾ ਚਾਹੀਦਾ। ਅਗਰ ਫੋਰ ਐਗਜ਼ਾਮਪਲ ਸੈਲਸ ਇਕੱਠੇ ਨੇ, ਮਤਲਬ ਐਗਰੀਗੇਟ ਹੋ ਗਏ ਨੇ, ਦੈਨ ਉਹਨਾਂ ਦੇ ਵਿੱਚ ਐਜੀਟੇਸ਼ਨ ਜਾਂ ਸ਼ੇਕਿੰਗ ਹੋਣੀ ਜ਼ਰੂਰੀ ਹੈ ਤਾਂ ਕਿ ਉਹਨਾਂ ਨੂੰ ਸੈਪਰੇਟ ਕੀਤਾ ਜਾ ਸਕੇ, ਠੀਕ ਹੈ। ਕਿਉਂਕਿ ਇਹ ਜਿਹੜਾ ਕਲਚਰ ਹੈ ਇਹ ਸਿੰਗਲ ਸੈੱਲ ਤੋਂ ਕਲਚਰ ਹੁੰਦਾ ਹੈ, ਦੈਟ ਇਜ਼ ਵਾਈ ਵੀ ਵਿਲ ਕਾਲ ਇਟ ਐਜ਼ ਅ ਸਸਪੈਂਸ਼ਨ। ਸਸਪੈਂਡਡ ਫਾਰਮ ਦੇ ਵਿੱਚ ਹੋਣੇ ਚਾਹੀਦੇ ਆ ਸੈੱਲ, ਮਤਲਬ ਕਿ ਅਲੱਗ-ਅਲੱਗ ਸੈਪਰੇਟ, ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਦੈਟ ਇਜ਼ ਵਾਈ ਇਟ ਇਜ਼ ਕਾਲਡ ਐਜ਼ ਸਸਪੈਂਸ਼ਨ, ਸੈਪਰੇਟ ਸੈਲਸ, ਠੀਕ ਹੈ। ਸੋ ਸਿੰਗਲ ਸੈੱਲ ਔਰ ਸਮੋਲ ਐਗਰੀਗੇਸ਼ਨ ਆਫ ਸੈਲਸ ਜਦੋਂ ਉਹ ਮਲਟੀਪਲਾਈ ਕਰ ਜਾਂਦੇ, ਕਿਉਂਕਿ ਸਿੰਗਲ ਸੈੱਲ ਹੋਊਗਾ ਨਾਲ ਦੀ ਨਾਲ ਉਹ ਡਿਵਾਈਡ ਹੋਈ ਜਾਊਗਾ, ਨਾਲ ਦੀ ਨਾਲ ਮਲਟੀਪਲਾਈ ਹੋਈ ਜਾਊਗਾ ਨਾ, ਗਰੁੱਪਸ ਵੀ ਬਣਦੇ ਜਾਣਗੇ। ਬਟ ਅਗਰ ਉਹਨਾਂ ਦੇ ਵਿੱਚ ਐਗਰੀਗੇਸ਼ਨ ਬਣ ਜਾਂਦੀ ਹੈ ਦੈਨ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਕਿਹਾ ਕਿ ਆਪਾਂ ਨੂੰ ਉਹਨਾਂ ਦੇ ਵਿੱਚ ਐਜੀਟੇਸ਼ਨ ਜਾਂ ਸ਼ੇਕਿੰਗ ਦੀ ਜ਼ਰੂਰਤ ਪੈਂਦੀ ਹੈ, ਤਾਂ ਕਿ ਵੈਸੇ ਇਹਦੇ ਵਿੱਚ ਆਪਾਂ ਨੂੰ ਸ਼ੇਕਰ ਦੀ ਜ਼ਰੂਰਤ ਪੈਣੀ ਹੀ ਪੈਣੀ ਹੈ ਤਾਂ ਕਿ ਉਹ ਸੈਪਰੇਟ ਹੋਈ ਜਾਣ, ਠੀਕ ਹੈ। ਸੋ ਜਿਹੜਾ ਸਸਪੈਂਸ਼ਨ ਕਲਚਰ ਹੁੰਦਾ ਹੈ ਦੈਟ ਇਜ਼ ਫਾਰਮਡ ਫਰੋਮ ਸਿੰਗਲ ਸੈੱਲ ਐਂਡ ਫਾਰਮਡ ਇਨ ਲਿਕੁਇਡ ਨਿਊਟਰੀਐਂਟ ਮੀਡੀਆ। ਜਿੱਦਾਂ ਕਿ ਪਹਿਲਾਂ ਜਿਹੜਾ ਕੈਲਸ ਕਲਚਰ ਪੜ੍ਹਿਆ ਸੀ ਉਹ ਆਪਾਂ ਸੈਮੀ ਸੋਲਿਡ ਮੀਡੀਆ ਪੜ੍ਹਿਆ ਸੀ, ਬਟ ਇਹ ਲਿਕੁਇਡ ਨਿਊਟਰੀਐਂਟ ਮੀਡੀਆ ਦੇ ਵਿੱਚ ਗਰੋ ਕਰਦਾ ਆ, ਠੀਕ ਹੈ। ਪਹਿਲਾਂ ਸੈਮੀ ਸੋਲਿਡ ਮੀਡੀਆ ਦੇ ਵਿੱਚ ਹੀ ਗਰੋ ਕਰਦਾ, ਉਸ ਤੋਂ ਬਾਅਦ ਜਦੋਂ ਇਹ ਪ੍ਰੋਪਰ ਕਹਿ ਲਓ ਕਿ ਗਰੋਥ ਇਹਦੀ ਹੁੰਦੀ ਆ ਉਹ ਲਿਕੁਇਡ ਨਿਊਟਰੀਐਂਟ ਮੀਡੀਆ ਦੇ ਵਿੱਚ ਹੀ ਹੁੰਦੀ ਹੈ, ਠੀਕ ਹੈ। ਦੈਨ ਕਿਵੇਂ ਗਰੋ ਕਰਦਾ ਹੈ ਲਿਕੁਇਡ ਨਿਊਟਰੀਐਂਟ ਮੀਡੀਆ ਦੇ ਵਿੱਚੋਂ, ਪਹਿਲਾਂ ਜਦੋਂ ਆਪਾਂ ਸਿੰਗਲ ਸੈੱਲ ਨੂੰ ਲਿਕੁਇਡ ਨਿਊਟਰੀਐਂਟ ਮੀਡੀਆ ਦੇ ਵਿੱਚ ਪਾਤਾ, ਉਸ ਤੋਂ ਬਾਅਦ ਇਹਦੀ ਗਰੋਥ ਸਟਾਰਟ ਹੋ ਜਾਏਗੀ। ਗਰੋਥ ਕਿਹੜੀ ਕੰਡੀਸ਼ਨ ਦੇ ਵਿੱਚ ਸਟਾਰਟ ਹੋਏਗੀ, ਉਹਦੇ ਲਈ ਫੇਵਰੇਬਲ ਕੰਡੀਸ਼ਨਸ ਹੋਣੀਆਂ ਚਾਹੀਦੀਆਂ ਨੇ, ਏਸੈਪਟਿਕ ਇਨਵਾਇਰਮੈਂਟ ਹੋਣਾ ਚਾਹੀਦਾ, ਮਾਈਕਰੋਬ ਫਰੀ ਹੋਣਾ ਚਾਹੀਦਾ, ਮਾਈਕਰੋ ਔਰਗਨਿਜ਼ਮ, ਲਾਈਟ ਪ੍ਰੋਪਰ ਹੋਣੀ ਚਾਹੀਦੀ ਹੈ, ਟੈਂਪਰੇਚਰ ਪ੍ਰੋਪਰ ਹੋਣਾ ਚਾਹੀਦਾ, ਏਰੀਏਸ਼ਨ ਪ੍ਰੋਪਰ ਹੋਣੀ ਚਾਹੀਦੀ ਹੈ, ਠੀਕ ਹੈ। ਸੋ ਫਿਰ ਉਹਦੇ ਨਾਲ ਕੀ ਆਪਾਂ ਗਰੋ ਕਰ ਸਕਦੇ ਹਾਂ, ਪਲਾਂਟ ਰੀਜਨਰੇਟ ਕਰ ਸਕਦੇ ਹਾਂ ਨਿਊ, ਠੀਕ ਹੈ। ਸੋ ਕੀ ਹੁੰਦਾ ਇਹਦੇ ਵਿੱਚ, ਪ੍ਰੈਪਰੇਸ਼ਨ ਆਫ ਸਸਪੈਂਸ਼ਨ ਕਲਚਰ। ਪਹਿਲਾਂ ਪ੍ਰੈਪਰੇਸ਼ਨ ਕਰੀਏ ਆਪਾਂ ਸਸਪੈਂਸ਼ਨ ਕਲਚਰ ਦੀ। ਸਿੰਗਲ ਸੈੱਲ ਪਹਿਲਾਂ ਆਪਾਂ ਆਈਸੋਲੇਟ ਕਰਾਂਗੇ ਹਮੇਸ਼ਾ, ਹੈ ਨਾ। ਆਪਾਂ ਫੋਰ ਐਗਜ਼ਾਮਪਲ ਇੱਕ ਪਲਾਂਟ ਲੀਫ ਲੈ ਲਿਆ, ਉਹਦੇ ਤੋਂ ਆਪਾਂ ਐਕਸਪਲਾਂਟ ਕੱਢ ਲਏ, ਟਿਸ਼ੂ ਕੱਢ ਲਏ ਜਾਂ ਪਾਰਟ ਕੱਢ ਲਿਆ ਉਹਦਾ, ਉਸ ਤੋਂ ਬਾਅਦ ਇਹ ਪਾਰਟ ਹੋ ਗਿਆ। ਪਾਰਟ ਤੋਂ ਬਾਅਦ ਆਪਾਂ ਇਹਦੇ ਵਿੱਚੋਂ ਸਿੰਗਲ ਸੈੱਲ ਕੱਢੇ, ਦੈਟ ਇਜ਼ ਕਾਲਡ ਐਕਸਪਲਾਂਟ। ਜਿਹੜਾ ਪਾਰਟ ਆਪਾਂ ਯੂਜ਼ ਕਰਾਂਗੇ ਕਿਸੇ ਕਲਚਰ ਦੇ ਵਿੱਚ ਉਹਨੂੰ ਆਪਾਂ ਐਕਸਪਲਾਂਟ ਕਹਾਂਗੇ। ਅਗਰ ਆਪਾਂ ਕੈਲਸ ਦੇ ਵਿੱਚ ਟਿਸ਼ੂ ਲਏ ਨੇ ਦੈਨ ਉਹਨੂੰ ਐਕਸਪਲਾਂਟ ਕਹਾਂਗੇ। ਸਸਪੈਂਸ਼ਨ ਦੇ ਵਿੱਚ ਆਪਾਂ ਸੈਲਸ ਲਏ ਨੇ ਤਾਂ ਆਪਾਂ ਉਹਨੂੰ ਐਕਸਪਲਾਂਟ ਕਹਾਂਗੇ, ਠੀਕ ਹੈ। ਸੋ ਫਿਰ ਕੀ ਹੁੰਦਾ ਆ,
ਇਹਦੇ ਵਿੱਚ ਕੀ ਹੁੰਦਾ, ਪਹਿਲਾਂ ਸਭ ਤੋਂ ਪਹਿਲਾਂ ਆਪਾਂ ਨੂੰ ਪ੍ਰੈਪਰੇਸ਼ਨ ਆਫ ਸਸਪੈਂਸ਼ਨ ਕਲਚਰ ਲਈ ਕੀ ਚਾਹੀਦਾ, ਆਈਸੋਲੇਸ਼ਨ ਆਫ ਸਿੰਗਲ ਸੈੱਲ ਦੀ ਆਈਸੋਲੇਸ਼ਨ ਕਰਨੀ ਪਏਗੀ, ਸਿੰਗਲ ਸੈੱਲ ਕੱਢਣਾ ਪਏਗਾ। ਸੋ ਸਿੰਗਲ ਸੈੱਲ ਨੂੰ ਕਲਚਰ ਕਰਨ ਦੇ ਲਈ ਦੋ ਤਰ੍ਹਾਂ ਦੇ ਤਰੀਕੇ ਨੇ, ਕੈਲਸ ਕਲਚਰ ਅਤੇ ਪਲਾਂਟ ਆਰਗਨ। ਇਹਦੇ ਵਿੱਚ ਕੀ ਕਰਦੇ ਆ, ਕੈਲਸ ਕਲਚਰ ਦੇ ਵਿੱਚੋਂ ਕੀ ਹੁੰਦਾ ਆ ਕਿ ਆਪਾਂ ਜਦੋਂ ਕੈਲਸ ਕਲਚਰ ਕਰਦੇ ਹਾਂ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਜਿਵੇਂ ਆਪਾਂ ਲਾਸਟ ਟਾਈਮ ਕਰਿਆ ਸੀ, ਆਪਾਂ ਲੀਫ ਲੈ ਲਿਆ, ਉਹਦੇ ਚੋਂ ਐਕਸਪਲਾਂਟ ਕੱਢ ਲਿਆ ਜਾਂ ਹੈ ਨਾ, ਉਹਦੇ ਵਿੱਚੋਂ ਫਿਰ ਆਪਾਂ ਗਰੋਥ ਕਰਾਈ, ਉਹਦੇ ਚੋਂ ਆਪਾਂ ਸਿੰਗਲ ਸੈੱਲ ਆਈਸੋਲੇਟ ਕਰ ਲਿਆ। ਕਲਚਰ 'ਚੋਂ ਆਪਾਂ ਕਰ ਸਕਦੇ ਹਾਂ ਸਿੰਗਲ ਸੈੱਲ, ਜਦੋਂ ਆਪਣੇ ਕੋਲ ਟਿਸ਼ੂ ਹੈਗਾ ਵਾ, ਮਾਸ ਹੈਗਾ ਆਪਣੇ ਕੋਲ ਸੈੱਲਸ ਦਾ, ਆਪਣੇ ਕੋਲ ਇੱਦਾਂ ਮਾਸ ਹੈਗਾ ਸੈੱਲਸ ਦਾ। ਸੋ ਇਹਦੇ ਵਿੱਚੋਂ ਆਪਾਂ ਇੱਕ ਸਿੰਗਲ ਸੈੱਲ ਨੂੰ ਆਈਸੋਲੇਟ ਆਰਾਮ ਨਾਲ ਕਰ ਸਕਦੇ ਹਾਂ, ਹੈ ਨਾ, ਵਿਦ ਦੀ ਹੈਲਪ ਆਫ ਇਨਕਿਊਬੇਸ਼ਨ। ਠੀਕ ਆ, ਸੋ ਉਹਨੂੰ ਆਪਾਂ ਆਈਸੋਲੇਟ ਕਰਕੇ ਕੀ ਕਰਨਾ ਆ, ਉਸ ਤੋਂ ਬਾਅਦ ਉਹਨੂੰ ਆਪਾਂ ਕੀ ਕਰਨਾ ਹੈ, ਫਿਰ ਫਰਦਰ ਕਲਚਰ ਲਈ ਭੇਜਣਾ ਆ। ਜਿੱਦਾਂ ਕਿ ਆਹ ਸਿੰਗਲ ਸੈੱਲ ਬਣ ਗਿਆ, ਉਸ ਤੋਂ ਬਾਅਦ ਲਿਕੁਇਡ ਨਿਊਟ੍ਰੀਐਂਟ ਮੀਡੀਆ, ਫਿਰ ਗਰੋਥ ਕੰਡੀਸ਼ਨਸ ਅਤੇ ਪ੍ਰੋਪਰ ਰੀਜਨਰੇਸ਼ਨ ਹੋ ਜਾਏਗੀ। ਉਹਨਾਂ ਦਾ ਤਾਂ ਕਹਿਣ ਦਾ ਮਤਲਬ ਕੀ ਹੈ ਕਿ ਸਸਪੈਂਸ਼ਨ ਕਲਚਰ ਆ ਜਿਹੜਾ, ਉਹ ਕੈਲਸ ਕਲਚਰ ਤੋਂ ਵੀ ਗਰੋ ਕਰ ਸਕਦੇ ਹਾਂ, ਆਪਾਂ ਪਲਾਂਟ ਆਰਗਨ ਤੋਂ ਵੀ ਗਰੋ ਕਰ ਸਕਦੇ ਹਾਂ। ਕੈਲਸ ਕਲਚਰ ਦੇ ਮਾਸ 'ਚੋਂ ਆਪਾਂ ਸਿੰਗਲ ਸੈੱਲ ਲਿਆ, ਉਹਨੂੰ ਆਈਸੋਲੇਟ ਕੀਤਾ ਅਤੇ ਉਹਨੂੰ ਗਰੋਥ ਕਰਤੀ, ਉਹਨੂੰ ਪ੍ਰੋਪਰ ਮੀਡੀਆ ਦੇ ਕੇ। ਪਲਾਂਟ ਆਰਗਨ ਦੇ ਵਿੱਚ ਕੀ ਆ ਕਿ ਆਪਾਂ ਸਪੈਸੀਫਿਕ ਆਰਗਨ ਲਿਆ, ਸਪੈਸੀਫਿਕ ਪਾਰਟ ਲਿਆ ਪਲਾਂਟ ਦਾ, ਹੈ ਨਾ, ਰੂਟ, ਸ਼ੂਟ, ਸਟੈਮ ਔਰ ਲੀਫ, ਕੁਛ ਵੀ ਲੈ ਲਓ, ਹੈ ਨਾ। ਸੋ ਉਹਦੇ ਵਿੱਚੋਂ ਆਪਾਂ ਸਪੈਸੀਫਿਕ ਪਾਰਟ ਲਿਆ, ਉਹਨੂੰ ਆਪਾਂ ਉਹਦੇ ਵਿੱਚੋਂ ਇੱਕ ਸਿੰਗਲ ਸੈੱਲ ਆਈਸੋਲੇਟ ਕਰ ਲਿਆ, ਹੈ ਨਾ, ਉਹਨੂੰ ਫਿਰ ਆਪਾਂ ਫਰਦਰ ਇਸ ਪ੍ਰੋਸੈਸ ਦੇ ਥਰੂ ਭੇਜਿਆ। ਸੋ ਉਹਦੇ ਥਰੂ ਵੀ ਆਪਾਂ ਕਰ ਸਕਦੇ ਹਾਂ। ਠੀਕ ਹੈ, ਸੋ ਜਿਹੜਾ ਪ੍ਰੋਪਰ ਮੈਥਡ ਹੈ ਉਹ ਕੀ ਹੈ, ਕਿਹੜਾ ਮੈਥਡ ਹੈ, ਕਿੱਦਾਂ ਆਪਾਂ ਗਰੋ ਕਰਦੇ ਹਾਂ। ਫਸਟ ਆਫ ਆਲ ਪਲਾਂਟ ਦਾ ਪਾਰਟ ਲੈ ਲਿਆ, ਲੀਫ ਲੈ ਲਿਆ, ਉਹਦਾ ਸਰਫੇਸ ਸਟਰਲਾਈਜ਼ ਕਰ ਲਿਆ। ਠੀਕ ਆ, ਵਿਦ ਦੀ ਹੈਲਪ ਆਫ ਚਾਹੇ ਕੋਈ ਕੈਮੀਕਲ ਵਾਸ਼ਿੰਗ ਲੈ ਲਓ, ਚਾਹੇ ਕੋਈ ਡਿਟਰਜੈਂਟ ਵਾਸ਼ਿੰਗ ਲੈ ਲਓ, ਉਹਦੇ ਨਾਲ ਆਪਾਂ ਉਹਨੂੰ ਸਰਫੇਸ ਸਟਰਲਾਈਜ਼ ਕਰ ਲਿਆ। ਉਸ ਤੋਂ ਬਾਅਦ ਉਹਨੂੰ ਅਲਕੋਹਲ ਦੇ ਵਿੱਚ ਡਿਪ ਕੀਤਾ ਅਤੇ ਉਹਨੂੰ ਵਾਟਰ ਨਾਲ, ਹੌਟ ਵਾਟਰ ਦੇ ਨਾਲ, ਠੀਕ ਹੈ, ਉਹਨੂੰ ਸਾਫ਼ ਕਰ ਲਿਆ। ਉਸ ਤੋਂ ਬਾਅਦ ਕੀ ਕਰਨਾ ਆ, ਉਹਦੇ ਤੋਂ ਆਪਾਂ ਐਕਸਪਲਾਂਟ ਲਿਆ, ਉਹਦਾ ਮਟੀਰੀਅਲ ਕੱਢਿਆ। ਉਸ ਤੋਂ ਬਾਅਦ ਉਹਨੂੰ ਕੀ ਕਰਨਾ ਆ, ਦੋ ਤਰ੍ਹਾਂ ਦਾ ਤਰੀਕਾ ਹੁੰਦਾ ਇਹਦੇ ਵਿੱਚ, ਇੱਕ ਹੈਗਾ ਮਕੈਨੀਕਲ ਵਿਦ ਦੀ ਹੈਲਪ ਆਫ ਗ੍ਰਾਈਂਡਿੰਗ, ਇੱਕ ਹੈਗਾ ਐਨਜ਼ਾਈਮੈਟਿਕ ਮੈਥਡ। ਗ੍ਰਾਈਂਡਿੰਗ ਦੇ ਵਿੱਚ ਕੀ ਕਰਦੇ ਹਾਂ, ਜਿਵੇਂ ਮਕੈਨੀਕਲ ਮੈਂ ਤੁਹਾਨੂੰ ਕਿਹਾ ਗ੍ਰਾਈਂਡਿੰਗ, ਇਹ ਐਸ ਸੱਚ ਜਿਵੇਂ ਨੇਮ ਦੱਸਦਾ ਦਾ, ਗ੍ਰਾਈਂਡ ਕਰਨਾ ਇਹਨੂੰ ਵਿਦ ਦੀ ਹੈਲਪ ਆਫ ਪੈਸਟਲ ਐਂਡ ਮੋਟਰ ਜਾਂ ਕਿਸੇ ਵੀ ਹੋਰ ਟੈਕਨੀਕ ਨਾਲ, ਮਿਕਸੀ ਵਗੈਰਾ ਦੀ ਹੈਲਪ ਨਾਲ ਤੁਸੀਂ ਕੀ ਕਰਨਾ ਹੈ, ਜਿਹੜਾ ਮਟੀਰੀਅਲ ਲਿਆ ਉਹਨੂੰ ਗ੍ਰਾਈਂਡ ਕਰ ਲੈਣਾ ਹੈ। ਗ੍ਰਾਈਂਡ ਕਰਕੇ ਉਹਨੂੰ ਫਿਲਟਰ ਕਰਨਾ ਹੈ, ਫਿਲਟਰ ਕਰਕੇ ਉਹਨੂੰ ਸੈਂਟਰੀਫਿਊਜ਼ ਕਰ ਲੈਣਾ, ਸੈਂਟਰੀਫਿਊਜ਼ ਕਰਕੇ ਉਹਦੇ 'ਚੋਂ ਸਿੰਗਲ ਸੈੱਲ ਨਿਕਲ ਆਏਗਾ। ਠੀਕ ਹੈ, ਜਾਂ ਜਿਹੜਾ ਮੀਡੀਆ ਹੈ ਉਹ ਅਪਰ ਪੋਜੀਸ਼ਨ 'ਤੇ ਚਲਿਆ ਜਾਏਗਾ, ਸਿੰਗਲ ਸੈੱਲ ਨੇ ਜਿਹੜੇ ਉਹ ਨੀਚੇ ਸਸਪੈਂਡ ਹੋ ਜਾਣਗੇ, ਜਾਂ ਸਿੰਗਲ ਸੈੱਲ ਨੇ ਜਿਹੜੇ ਉਹ ਅਪਰ ਪੋਜੀਸ਼ਨ 'ਤੇ ਚਲੇ ਜਾਣਗੇ ਅਤੇ ਜਿਹੜਾ ਮੀਡੀਆ ਉਹ ਨੀਚੇ ਬੈਠ ਜਾਏਗਾ। ਉਸ ਤੋਂ ਆਪਾਂ ਸਿੰਗਲ ਸੈੱਲ ਆਸਾਨੀ ਨਾਲ ਆਈਸੋਲੇਟ ਕਰ ਸਕਦੇ ਹਾਂ। ਠੀਕ ਹੈ, ਫਿਰ ਉਹਨਾਂ ਸਿੰਗਲ ਸੈੱਲਸ ਨੂੰ ਆਪਾਂ ਕੀ ਕਰਦੇ ਹਾਂ, ਲਿਕੁਇਡ ਮੀਡੀਆ ਦੇ ਵਿੱਚ ਟ੍ਰਾਂਸਫਰ ਕਰ ਦਿੰਦੇ ਹਾਂ। ਜਿਹੜਾ ਲਿਕੁਇਡ ਮੀਡੀਆ ਆਪਾਂ ਨੂੰ ਚਾਹੀਦਾ ਆ, ਜਿਹੜਾ ਹੈਗਾ ਲਿਕੁਇਡ ਮੀਡੀਆ ਆਪਣੇ ਕੋਲ ਆਹ ਵਾਲਾ, ਠੀਕ ਹੈ, ਸੋ ਉਹਦੇ ਵਿੱਚ ਟ੍ਰਾਂਸਫਰ ਕਰ ਦਿੰਦੇ ਹਾਂ, ਉਹਦੇ ਤੋਂ ਗਰੋ ਹੋ ਜਾਂਦਾ। ਮੈਂ ਦੁਬਾਰਾ ਦੱਸ ਦਿੰਦੀ ਹਾਂ ਕਿ ਮਕੈਨੀਕਲ ਮੈਥਡ ਦੇ ਵਿੱਚ ਗ੍ਰਾਈਂਡਿੰਗ ਕਰਨੀ ਆ ਵਿਦ ਦੀ ਹੈਲਪ ਆਫ ਪੈਸਟਲ ਐਂਡ ਮੋਟਰ। ਜਿਹੜੇ ਸੈਲਸ ਹੋਣਗੇ ਸਾਰਿਆਂ ਨੂੰ ਆਪਾਂ ਫਿਲਟਰ ਕਰ ਲੈਣਾ, ਚਾਹੇ ਉਹ ਚੰਗੇ ਆ ਚਾਹੇ ਮਾੜੇ ਆ, ਉਹਨਾਂ ਨੂੰ ਫਿਲਟਰ ਕਰਕੇ ਸੈਂਟਰੀਫਿਊਜ ਕਰਕੇ ਜਿਹੜੇ ਨੀਚੇ ਬੈਠ ਜਾਣਗੇ ਜਾਂ ਉੱਪਰਲੀ ਲੇਅਰ 'ਚ ਹੋਣਗੇ ਉਹਨਾਂ 'ਚੋਂ ਸਿੰਗਲ ਸੈੱਲ ਆਈਸੋਲੇਟ ਕਰ ਲੈਣੇ ਆਪਾਂ, ਉਹਨੂੰ ਲਿਕੁਇਡ ਮੀਡੀਆ ਦੇ ਵਿੱਚ ਕਲਚਰ ਲਈ ਭੇਜ ਦੇਣਾ ਆਪਾਂ। ਠੀਕ ਹੈ, ਸੈਕਿੰਡ ਮੈਥਡ ਹੈਗਾ ਐਨਜ਼ਾਈਮੈਟਿਕ ਮੈਥਡ। ਇਹਨੂੰ ਮੈਸੀਰੋਜ਼ਾਈਮ ਟੈਕਨੀਕ ਬੋਲਦੇ ਆ। ਇਹਨੂੰ ਐਨਜ਼ਾਈਮੈਟਿਕ ਸੋਲਿਊਸ਼ਨ ਦੇ ਵਿੱਚ ਡਿਪ ਕਰ ਦਿੰਦੇ ਆ। ਠੀਕ ਹੈ, ਉਹਦੇ ਵਿੱਚ ਡਿਪ ਕਰਨ ਤੋਂ ਬਾਅਦ ਇਹਨੂੰ ਇਨਕਿਊਬੇਟ ਕਰ ਦਿੰਦੇ ਆ। ਇਨਕਿਊਬੇਟ ਕਰਨ ਦੇ ਬਾਅਦ ਉਹਦੇ 'ਚੋਂ ਸਿੰਗਲ ਸੈੱਲ ਨਿਕਲ ਜਾਂਦਾ। ਠੀਕ ਹੈ, ਇਨਕਿਊਬੇਟ ਦਾ ਮਤਲਬ ਕੀ ਹੁੰਦਾ ਹੈ ਕਿ ਪ੍ਰੋਪਰ ਕੰਡੀਸ਼ਨਸ ਦੇਣੀਆਂ ਉਹਨੂੰ ਲਾਈਟ ਵਗੈਰਾ ਦੀਆਂ। ਠੀਕ ਹੈ, ਲੋ ਲਾਈਟ ਇੰਟੈਂਸਿਟੀ ਆ ਜਾਂ ਡਾਰਕ ਲਾਈਟ, ਲੋ ਲਾਈਟ ਇੰਟੈਂਸਿਟੀ ਆ ਜਾਂ ਡਾਰਕ ਲਾਈਟ ਇੰਟੈਂਸਿਟੀ ਆ, ਹੈ ਨਾ, ਜਾਂ ਕਿੰਨਾ ਟੈਂਪਰੇਚਰ ਹੈ, ਕਿੰਨੇ ਡਿਗਰੀ ਸੈਲਸੀਅਸ ਤੱਕ ਟੈਂਪਰੇਚਰ ਹੈ, ਜਾਂ ਕਿੰਨੇ ਦਿਨਾਂ ਲਈ ਜਾਂ ਕਿੰਨੇ ਘੰਟਿਆਂ ਲਈ ਆਪਾਂ ਉਹਨੂੰ ਇਨਕਿਊਬੇਟ ਕਰਦੇ ਹਾਂ। ਉਸ ਟੈਕਨੀਕ ਦੇ ਥਰੂ ਫਿਰ ਉਸ ਤੋਂ ਆਪਾਂ ਸਿੰਗਲ ਸੈੱਲ ਆਈਸੋਲੇਟ ਕਰ ਲੈਣਾ ਹੈ। ਠੀਕ ਹੈ, ਸੋ ਵਿਦ ਦੀ ਹੈਲਪ ਆਫ, ਮੈਂ ਤੁਹਾਨੂੰ ਕਿਹਾ ਕਿ ਆਈਸੋਲੇਸ਼ਨ ਵਿਦ ਦੀ ਹੈਲਪ ਆਫ ਸਿੰਗਲ ਸੈੱਲ ਜਾਂ ਕੈਲਸ ਕਲਚਰ ਜਾਂ ਪਲਾਂਟ ਆਰਗਨ ਦੇ ਥਰੂ ਹੁੰਦੀ ਹੈ। ਉਹ ਕਹਿੰਦੇ ਆਪਾਂ ਕੈਲਸ ਕਿੱਦਾਂ ਗਰੋ ਕਰ ਸਕਦੇ ਹਾਂ ਸਿੰਗਲ ਸੈੱਲ ਤੋਂ। ਠੀਕ ਹੈ, ਇਹਦੇ ਲਈ ਆਪਾਂ ਕੀ ਕਰਨਾ ਆ, ਉਹਨਾਂ ਨੇ ਕੀ ਕਿਹਾ ਆਪਾਂ ਨੂੰ ਕਿ ਪਲਾਂਟ ਪਾਰਟ ਲਿਆ ਕੋਈ ਵੀ, ਉਹਦੇ 'ਚੋਂ ਐਕਸਪਲਾਂਟ ਲੈ ਲਿਆ। ਠੀਕ ਹੈ, ਐਕਸਪਲਾਂਟ ਤੋਂ ਆਪਾਂ ਸਿੰਗਲ ਸੈੱਲ ਨਿਕਾਲ ਲਿਆ, ਸਿੰਗਲ ਸੈੱਲ ਕੱਢ ਕੇ ਉਹਨੂੰ ਆਪਾਂ ਅਗਾਰ ਮੀਡੀਅਮ ਦੇ ਵਿੱਚ ਗਰੋ ਕਰਤਾ, ਵਿਚ ਇਜ਼ ਕਾਲਡ ਐ ਸੈਮੀ ਸੋਲਿਡ ਮੀਡੀਆ। ਜਿਵੇਂ ਮੈਂ ਤੁਹਾਨੂੰ ਕਿਹਾ ਸੀ ਕਿ ਜਦੋਂ ਆਪਾਂ ਕੈਲਸ ਕਲਚਰ 'ਚ ਗਰੋ ਕਰਾਂਗੇ, ਪਹਿਲਾਂ ਆਪਾਂ ਉਹਨੂੰ ਸੈਮੀ ਸੋਲਿਡ ਮੀਡੀਆ ਦੇ ਵਿੱਚ ਪਾਵਾਂਗੇ। ਉਸ ਤੋਂ ਬਾਅਦ ਜਦੋਂ ਉਹਨੇ ਪ੍ਰੋਪਰ ਗਰੋਥ 'ਤੇ ਜਾਣਾ, ਉਦੋਂ ਲਿਕੁਇਡ ਮੀਡੀਅਮ ਦੇ ਵਿੱਚ ਜਾਣਾ ਹੈ। ਠੀਕ ਹੈ, ਸੋ ਇਹਦੇ ਵਿੱਚ ਕੀ ਆ ਕਿ ਅਗਾਰ ਮੀਡੀਅਮ ਦੇ ਵਿੱਚ ਆਪਾਂ ਪਾਤਾ। ਇਹਨੂੰ ਸੈਮੀ ਸੋਲਿਡ ਮੀਡੀਆ ਕਿਉਂ ਕਹਿੰਦੇ ਆ, ਬਿਕੋਜ਼ ਅਗਾਰ ਮੀਡੀਆ ਇਹਦੇ ਵਿੱਚ ਜੈਲੀ ਸਟਿਕੀ ਜਾਂ ਮਟੀਰੀਅਲ ਹੁੰਦਾ ਨਾ, ਉਹਨੂੰ ਆਪਾਂ ਸੈਮੀ ਸੋਲਿਡ ਕਹਿੰਦੇ ਹਾਂ। ਨਾ ਉਹ ਹਾਰਡ ਆ ਨਾ ਉਹ ਲੂਜ਼ ਹੈ। ਠੀਕ ਹੈ, ਸੋ ਉਹਦੇ ਵਿੱਚ ਆਪਾਂ ਇਹਨੂੰ ਗਰੋ ਕਰਤਾ। ਗਰੋ ਕਰਨ ਤੋਂ ਬਾਅਦ ਉਹਨੇ ਕੀ ਕੀਤਾ, ਇਨਕਿਊਬੇਸ਼ਨ ਦੇ, ਉਸ ਤੋਂ ਬਾਅਦ ਕੀ ਕੀਤਾ, ਇਨਕਿਊਬੇਸ਼ਨ ਹੋਈ ਵਿਦ ਦੀ ਹੈਲਪ ਆਫ ਪ੍ਰੋਪਰ ਲਾਈਟ ਟੈਂਪਰੇਚਰ। ਉਸ ਤੋਂ ਬਾਅਦ ਕੀ ਆ ਕਿ ਉਹ ਜਿਹੜਾ ਸਿੰਗਲ ਸੈੱਲ ਸੀ, ਠੀਕ ਹੈ, ਸੋ ਦਿਸ ਇਜ਼ ਅ ਸਿੰਗਲ ਸੈੱਲ ਸੀਗਾ। ਉਹਦੇ 'ਚੋਂ ਕੀ ਹੋਇਆ ਬਾਅਦ ਵਿੱਚ
ਗਰੁੱਪ ਆਫ ਮਾਸ ਗਰੋ ਕਰਨ ਲੱਗ ਗਿਆ, ਠੀਕ ਹੈ। ਸਿੰਗਲ ਸੈੱਲ ਤੋਂ ਮਾਸ ਬਣ ਗਿਆ, ਲੂਜ਼ਲੀ ਪੈਕਡ ਸੈਲਸ, ਠੀਕ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਲੂਜ਼ਲੀ ਪੈਕਡ ਮਾਸ ਆਫ ਸੈਲਸ, ਠੀਕ ਹੈ। ਉਹਨੂੰ ਆਪਾਂ ਕੀ ਕਹਿੰਦੇ ਹਾਂ, ਕੈਲਸ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ, ਕੈਲਸ ਜਿਹੜਾ ਬਣਿਆ ਉਹਨੂੰ ਆਪਾਂ ਕੀ ਕਰਿਆ, ਸਮਾਲ ਪੀਸਸ ਦੇ ਵਿੱਚ ਕੱਟ ਕਰ ਲਿਆ, ਠੀਕ ਹੈ। ਜਦੋਂ ਸਮਾਲ ਪੀਸਸ ਦੇ ਵਿੱਚ ਕੱਟ ਕਰ ਲਿਆ, ਉਹਨੂੰ ਆਪਾਂ ਫਿਰ ਇਸ ਮੀਡੀਆ 'ਚੋਂ ਕੱਢ ਕੇ, ਅਗਾਰ ਮੀਡੀਆ ਦੇ ਵਿੱਚੋਂ ਕੱਢ ਕੇ ਲਿਕੁਇਡ ਨਿਊਟਰੀਐਂਟ ਮੀਡੀਆ ਦੇ ਵਿੱਚ ਭੇਜਤਾ ਵਿਦਨ ਦੀ ਹੈਲਪ ਆਫ ਏਸੈਪਟਿਕ ਕੰਡੀਸ਼ਨ, ਠੀਕ ਹੈ। ਮਾਈਕਰੋ ਫਰੀ ਕੰਡੀਸ਼ਨਸ ਦੇ ਵਿੱਚ ਆਪਾਂ ਉਹਨੂੰ ਉਹਦੇ ਵਿੱਚ ਭੇਜਤਾ, ਠੀਕ ਹੈ। ਆਪਾਂ ਉਹਨੂੰ ਲਿਕੁਇਡ ਨਿਊਟਰੀਐਂਟ ਮੀਡੀਆ ਦੇ ਵਿੱਚ ਭੇਜਤਾ, ਠੀਕ ਹੈ। ਉਸ ਤੋਂ ਬਾਅਦ ਕੀ ਕਰਨਾ ਹੈ ਆਪਾਂ, ਉਸ ਤੋਂ ਬਾਅਦ ਕੀ ਕਰਨਾ ਆ, ਜਿਹੜਾ ਆਪਾਂ ਆਹ ਮਟੀਰੀਅਲ ਲਿਕੁਇਡ ਨਿਊਟਰੀਐਂਟ ਮੀਡੀਆ ਦੇ ਵਿੱਚ ਭੇਜਿਆ ਸੀ ਏਸੈਪਟਿਕ ਕੰਡੀਸ਼ਨ ਦੇ ਵਿੱਚ, ਜਿਹੜਾ ਆਪਾਂ ਟਰਾਂਸਫਰ ਕੀਤਾ, ਸਿੰਗਲ ਸੈੱਲ ਤੋਂ ਕੈਲਸ ਬਣਿਆ, ਕੈਲਸ ਨੂੰ ਸਮਾਲ ਪੀਸਸ ਦੇ ਵਿੱਚ ਕੱਟ ਕਰਿਆ, ਕੱਟ ਕਰਕੇ ਆਪਾਂ ਉਹਨੂੰ ਲਿਕੁਇਡ ਨਿਊਟਰੀਐਂਟ ਮੀਡੀਆ ਦੇ ਵਿੱਚ ਭੇਜਤਾ। ਉਸ ਤੋਂ ਬਾਅਦ ਜਿਹੜਾ ਲਿਕੁਇਡ ਨਿਊਟਰੀਐਂਟ ਮੀਡੀਆ ਵਾ ਉਹਦੇ ਨੀਚੇ ਆਪਾਂ ਸ਼ੇਕਰ ਲਗਾਤਾ। ਸ਼ੇਕਰ ਨੇ ਕੀ ਕੰਮ ਕਰਨਾ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਜਿਹੜੇ ਵੀ ਲੂਜ਼ਲੀ ਪੈਕਡ ਮਾਸ ਸੈਲਸ ਹੋਣਗੇ ਕੈਲਸ ਦੇ, ਹੁਣ ਮੈਂ ਤੁਹਾਨੂੰ ਕਿਹਾ ਕਿੱਥੋਂ, ਸਿੰਗਲ ਸੈੱਲ ਤੋਂ ਕੈਲਸ ਬਣ ਗਿਆ। ਸੋ ਜਿਹੜੇ ਫਿਰ ਹੈ ਨਾ ਜਿਵੇਂ ਕੈਲਸ ਹੈ, ਕੈਲਸ ਦੇ ਮੈਂ ਤੁਹਾਨੂੰ ਜਿਵੇਂ ਕਿਹਾ ਕਿ ਮੈਂ ਤੁਹਾਨੂੰ ਕਿਹਾ ਕਿ ਆਪਾਂ ਕੀ ਲਿਆ ਸੀ, ਸਿੰਗਲ ਸੈੱਲ, ਉਹ ਤੋਂ ਕੈਲਸ ਬਣਿਆ, ਕੈਲਸ ਤੋਂ ਆਪਾਂ ਉਹਨੂੰ ਸਮਾਲ ਪੀਸਸ ਦੇ ਵਿੱਚ ਕੱਟ ਕਰਕੇ ਲਿਕੁਇਡ ਨਿਊਟਰੀਐਂਟ ਮੀਡੀਆ ਦੇ ਵਿੱਚ ਪਾਤਾ। ਹੁਣ ਮੈਂ ਤੁਹਾਨੂੰ ਇਹ ਤਾਂ ਨਹੀਂ ਕਿਹਾ ਕਿ ਕੈਲਸ ਦੇ ਆਪਾਂ ਸਮਾਲ ਪੀਸਸ ਕੱਟ ਕਰਿਆ, ਪਰ ਆਪਾਂ ਉਹ ਤੋਂ ਸਿੰਗਲ ਸੈੱਲ ਤਾਂ ਨਹੀਂ ਕੱਢਿਆ ਨਾ। ਸੋ ਇਹਦੇ ਵਿੱਚ ਕੀ ਆ ਕਿ ਇਹਦੇ ਵਿੱਚ ਹਲੇ ਵੀ ਜੇ ਇਹਦੇ ਸਮਾਲ ਪੀਸਸ ਵੀ ਨੇ ਤਾਂ ਉਹਨਾਂ ਦੇ ਵਿੱਚ 5 to 10 ਨੰਬਰ ਆਫ ਸੈਲਸ ਹੈਗੇ ਨੇ, ਠੀਕ ਹੈ। ਸੋ ਉਹਨੂੰ ਕੀ ਕੀਤਾ ਆਪਾਂ, ਉਹ ਸਾਰੇ ਨੂੰ ਸ਼ੇਕਰ ਦੇ ਵਿੱਚ ਸ਼ੇਕ ਕਰਤਾ, ਤਾਂ ਕਿ ਜਿਹੜੇ 5 ਤੋਂ 10 ਨੰਬਰ ਦੇ ਸੈੱਲ ਜੁੜੇ ਹੋਏ ਨੇ ਉਹ ਆਪਸ ਵਿੱਚ ਬ੍ਰੇਕ ਹੋ ਜਾਣ, ਅਤੇ ਤਾਂ ਕਿ ਉਹਦੇ ਵਿੱਚ ਸਿੰਗਲ ਸੈੱਲ ਹੋ ਜਾਵੇ, ਸੈਪਰੇਟ ਹੋ ਜਾਣ ਉਹ ਸਾਰੇ, ਠੀਕ ਹੈ। ਸੋ ਐਜੀਟੇਸ਼ਨ ਬ੍ਰੇਕ ਦਾ ਸੈਲਸ। ਫਿਰ ਉਸ ਤੋਂ ਬਾਅਦ ਉਹਨੂੰ ਫਿਲਟਰੇਸ਼ਨ ਦੇ ਥਰੂ ਫਿਲਟਰ ਕੀਤਾ ਜਾਂਦਾ ਵਿਦ ਦੀ ਹੈਲਪ ਆਫ ਸੈਂਟਰੀਫਿਊਜ, ਅਤੇ ਉਹਨੂੰ ਰੀਸਸਪੈਂਡਡ ਕੀਤਾ ਜਾਂਦਾ ਇਨਟੂ ਫਰੈਸ਼ ਮੀਡੀਆ। ਪਹਿਲਾਂ ਇੱਕ ਮੀਡੀਆ ਦੇ ਵਿੱਚ ਸਿੰਗਲ ਸੈਲ ਸੀ ਜਿਹੜੇ, ਇੱਕ ਮੀਡੀਆ ਦੇ ਵਿੱਚ ਪਾਇਆ, ਫਿਰ ਉਹਨੂੰ ਟਰਾਂਸਫਰ ਕੀਤਾ, ਨਿਊ ਮੀਡੀਆ ਦੁਬਾਰਾ ਦਿੱਤਾ 2-3 ਘੰਟਿਆਂ ਦੇ ਬਾਅਦ, ਫਿਰ ਉਹਨੂੰ ਫਿਰ 2-3 ਘੰਟਿਆਂ ਦੇ ਬਾਅਦ ਨਿਊ ਮੀਡੀਆ ਦਿੱਤਾ, ਠੀਕ ਹੈ। ਸੋ ਇਸ ਟੈਕਨੀਕ ਨੂੰ ਕੀ ਬੋਲਦੇ ਆ, ਸਬ ਕਲਚਰਿੰਗ। ਤਾਂ ਇਹਦਾ ਮਤਲਬ ਕੀ ਆ ਕਿ ਜਿਹੜਾ ਸਸਪੈਂਸ਼ਨ ਕਲਚਰ ਆਪਾਂ ਕੀਤਾ ਵਾ ਸਿੰਗਲ ਸੈੱਲ ਤੋਂ ਆਪਾਂ ਲਿਕੁਇਡ ਨਿਊਟਰੀਐਂਟ ਮੀਡੀਆ ਦੇ ਵਿੱਚ ਪ੍ਰੋਸੈਸ ਦੇ ਥਰੂ ਆਪਾਂ ਨੂੰ ਲੈ ਕੇ ਗਏ ਹਾਂ। ਪਹਿਲਾਂ ਸਿੰਗਲ ਸੈੱਲ ਸੀਗਾ ਅਗਾਰ ਮੀਡੀਆ ਦੇ ਵਿੱਚ, ਸੈਮੀ ਸੋਲਿਡ ਮੀਡੀਆ ਦੇ ਵਿੱਚ, ਫਿਰ ਉਹਨੂੰ ਆਪਾਂ ਕੈਲਸ ਬਣਾਇਆ, ਕੈਲਸ ਦੇ ਸਮਾਲ ਪੀਸਿਸ ਕੱਟ ਕਰੇ, ਵਿਦ ਦੀ ਹੈਲਪ ਆਫ ਸ਼ੇਕਰ ਆਪਾਂ ਉਹਨੂੰ ਸ਼ੇਕ ਕੀਤਾ, ਫਿਲਟਰੇਸ਼ਨ ਦੇ ਥਰੂ ਆਪਾਂ ਉਹਨੂੰ ਸੈਂਟਰੀਫਿਊਜ਼ ਕਰਕੇ ਉਹਨੂੰ ਆਪਾਂ ਦੁਬਾਰਾ ਨੰਬਰ ਆਫ ਕਹਿ ਲਓ ਕਿ ਨਿਊਟਰੀਐਂਟ ਮੀਡੀਆ ਦੇ ਵਿੱਚ ਗਰੋ ਕਰਾ ਰਿਹਾ। ਆਪਾਂ ਇੱਕ ਮੀਡੀਆ ਦੇ ਵਿੱਚ ਗਰੋ ਕੀਤਾ, ਫਿਰ ਦੂਜਾ ਦੀ ਨਾਲ ਹੀ ਉਸ ਮੀਡੀਆ 'ਚੋਂ ਬਦਲ ਕੇ ਉਸੇ ਕੰਪੋਜੀਸ਼ਨ ਦਾ ਦੁਬਾਰਾ ਮੀਡੀਆ ਦੇ ਵਿੱਚ ਉਹਨੂੰ ਫਿਰ ਕੀਤਾ, ਫਿਰ ਕੀਤਾ, ਬਾਰ-ਬਾਰ ਉਹਦਾ ਮੀਡੀਆ ਬਦਲਣਾ, ਉਹਨੂੰ ਕਹਿੰਦੇ ਆ ਸਬ ਕਲਚਰਿੰਗ ਕਰਨਾ, ਤਾਂ ਕਿ ਉਹਨੂੰ ਪ੍ਰੋਪਰ ਜਿਹੜਾ ਕੀ ਆ ਫੂਡ ਵਗੈਰਾ ਜੋ ਵੀ ਉਹਨੂੰ ਨਿਊਟਰੀਐਂਟ ਵਗੈਰਾ ਚਾਹੀਦਾ ਉਹਨੂੰ ਮਿਲਦਾ ਰਹੇ, ਠੀਕ ਹੈ। ਸੋ ਉਸ ਕੰਡੀਸ਼ਨ ਨੂੰ ਕੀ ਕਹਿੰਦੇ ਆ, ਸਬ ਕਲਚਰਿੰਗ। ਫਿਰ ਉਹਨੂੰ ਉਸ ਤੋਂ ਬਾਅਦ ਇਨਕਿਊਬੇਟ ਕਰਨਾ ਵਿਦ ਦੀ ਹੈਲਪ ਆਫ ਡਾਰਕ ਅਤੇ ਲੋ ਲਾਈਟ ਇੰਟੈਂਸਿਟੀ ਦੋਨੇ ਹੁੰਦੀਆਂ ਨੇ। 25 ਡਿਗਰੀ ਸੈਲਸੀਅਸ ਟੈਂਪਰੇਚਰ ਹੁੰਦਾ। 7 to 21 ਡੇਜ਼ ਲਈ ਇਹਨੂੰ ਗਰੋ ਕਰਨਾ ਪੈਂਦਾ ਆ, ਕਿਉਂਕਿ ਜਿਹੜੇ ਇਹਦੇ ਸੈਲਸ ਹੁੰਦੇ ਨੇ ਐਜ਼ ਕੰਪੈਰੀਜ਼ਨ ਟੂ ਕੈਲਸ ਕਲਚਰ ਫਾਸਟ ਗਰੋ ਕਰਦੇ ਨੇ। ਕੈਲਸ ਕਲਚਰ ਆ ਜਿਹੜਾ ਉਹਨੂੰ 15 ਤੋਂ 50 ਦਿਨ ਲੱਗ ਜਾਂਦੇ ਨੇ ਗਰੋ ਕਰਨ ਲਈ, ਪਰ ਇਹਦੇ ਜਿਹੜੇ ਸੈੱਲ ਨੇ ਇਹ ਜ਼ਿਆਦਾ ਫਾਸਟ ਗਰੋ ਕਰਦੇ ਕਰਕੇ ਇਹਨਾਂ ਨੂੰ ਘੱਟ ਦਿਨਾਂ ਦੇ ਵਿੱਚ ਹੀ ਗਰੋ ਕਰਨਾ ਪੈਂਦਾ ਹੈ, ਠੀਕ ਹੈ। ਸੋ 7 to 21 ਡੇਜ਼ ਦੇ ਵਿੱਚ ਇਹ ਗਰੋਥ ਕਰ ਜਾਂਦੇ ਨੇ। ਫਿਰ ਉਸ ਤੋਂ ਬਾਅਦ ਕੀ ਕਰਦੇ ਨੇ, ਜਦੋਂ ਇਹਨੂੰ ਸੈਂਟਰੀਫਿਊਜ਼ ਕਰ ਲਿਆ, ਫਿਰ ਇੱਕ BOD ਮੈਂ ਤੁਹਾਨੂੰ ਲਾਸਟ ਟਾਈਮ ਦੱਸਿਆ ਸੀ ਕਿ BOD ਦੇ ਵਿੱਚ ਇਹਨੂੰ ਇਨਕਿਊਬੇਟ ਵੀ ਕੀਤਾ ਜਾਂਦਾ ਸੀ, ਠੀਕ ਹੈ। ਉਹਦੇ ਵਿੱਚ ਕੀ ਆ ਕਿ ਪਹਿਲਾਂ ਹੀ ਉਹਦੇ ਵਿੱਚ ਰੋਟੇਟਰੀ ਸ਼ੇਕਰ ਲੱਗਿਆ ਹੁੰਦਾ ਉਹਦੇ ਨਾਲ, ਸੋ ਉਹਦੇ ਨਾਲ ਆਪਾਂ ਨੂੰ ਰੋਟੇਸ਼ਨ ਦੀ ਜ਼ਰੂਰਤ ਨਹੀਂ ਪੈਂਦੀ, ਜਿਵੇਂ ਕਿ ਆਪਾਂ ਸੈਪਰੇਟ ਸ਼ੇਕਰ ਲਾਉਂਦੇ ਹਾਂ। ਸੋ ਉਹਦੇ ਵਿੱਚ ਸ਼ੇਕਰ ਐਸ ਸੱਚ ਲੱਗਿਆ ਹੁੰਦਾ। ਸੋ ਇਨਕਿਊਬੇਸ਼ਨ ਪੀਰੀਅਡ ਤੋਂ ਬਾਅਦ, ਇਨਕਿਊਬੇਸ਼ਨ ਕਾਰਨ ਹੋਣ ਤੋਂ ਬਾਅਦ ਉਹਦੇ ਵਿੱਚ ਕੀ ਹੁੰਦਾ ਆ ਕਿ ਜਿਹੜਾ ਪਲਾਂਟ ਸੈੱਲ ਆ ਉਹ ਜਿਹੜੇ ਕਹਿ ਲਓ ਕਿ ਗਰੁੱਪ ਸੀਗਾ ਸੈੱਲ ਦਾ ਉਹ ਸਿੰਗਲ ਸੈੱਲ ਹੋ ਗਏ। ਸਿੰਗਲ ਸੈੱਲ ਦੇ ਵਿੱਚੋਂ ਫਿਰ ਕੀ ਕਰਨ ਲੱਗ ਗਏ, ਉਹ ਡਿਵਾਈਡ ਹੋਣ ਲੱਗ ਗਏ। ਸਿੰਗਲ ਸੈੱਲ ਸੀਗਾ ਉਹ ਡਿਵਾਈਡ ਹੋ ਕੇ 2 'ਚ ਬਣ ਗਿਆ, ਠੀਕ ਹੈ। ਫਿਰ ਉਹ 2 ਤੋਂ ਫਿਰ 4 ਬਣ ਗਏ, ਠੀਕ ਹੈ। ਉਹ ਨੰਬਰ ਆਫ ਮਲਟੀਪਲੀਕੇਸ਼ਨ ਹੋਣ ਲੱਗ ਗਈ, ਫਿਰ ਉਹ ਮਲਟੀਪਲਾਈ ਹੋਣ ਲੱਗ ਗਏ, ਠੀਕ ਹੈ। ਉਸ ਤੋਂ ਬਾਅਦ ਕੀ ਆ ਕਿ ਜਿਹੜੇ ਆਪਣੇ ਕੋਲੇ ਸੈਲਸ ਨੇ ਹੈ ਨਾ ਡਿਵਾਈਡ ਕੀਤੇ ਹੋਏ, ਮਲਟੀਪਲਾਈ ਕੀਤੇ ਹੋਏ ਹੈ ਨਾ, ਆਹ ਸਬ ਕਲਚਰਿੰਗ ਦੀ ਮੈਪ ਦਿਖਾਈ ਹੋਈ ਆ, ਨੀਚੇ ਸ਼ੇਕਰ ਲੱਗਿਆ ਹੋਇਆ ਕਿ ਨੰਬਰ ਆਫ ਪਲਾਂਟ ਸੈਲਸ ਨੇ, ਠੀਕ ਹੈ। ਉਸ ਤੋਂ ਬਾਅਦ ਕੀ ਕਰਦੇ ਆ, ਉਹਨੂੰ ਸੇਮ ਵੋਲਿਊਮ ਆਫ ਸੈਲਸ, ਸੇਮ ਨੰਬਰ ਆਫ ਸੈਲਸ, ਜਿੰਨਾ ਵੋਲਿਊਮ ਆਪਾਂ ਸੈੱਲ ਦਾ ਲਿਆ ਉਨਾ ਹੀ ਆਪਾਂ ਅਗਾਰ ਲੈਣਾ ਆ, ਠੀਕ ਹੈ। ਉਨੀ ਹੀ ਰੇਸ਼ੋ ਨਾਲ ਲੈਣਾ ਆ। ਫਾਰ ਐਗਜ਼ਾਮਪਲ ਅਗਰ ਆਪਾਂ ਲੈਂਦੇ ਹਾਂ 1:1 ਜਾਂ 2:2 ਦੀ ਰੇਸ਼ੋ ਨਾਲ ਆਪਾਂ ਉਹਨੂੰ ਲੈਣਾ ਹੈ, ਠੀਕ ਹੈ। ਜਿੰਨਾ ਅਗਾਰ ਉਨੇ ਹੀ ਸੈਲਸ, ਉਹਨੂੰ ਇੱਕ ਪੈਟਡ ਡਿਸ਼ 'ਤੇ ਰੱਖ ਲੈਣਾ ਹੈ, ਠੀਕ ਹੈ, ਜਾਂ ਉਹਨੂੰ ਪੈਟਡ ਡਿਸ਼ 'ਤੇ ਗਰੋ ਕਰ ਲੈਣਾ ਹੈ। ਆਹ ਸੈਲਸ ਨੇ, ਨੀਚੇ ਇਹਦੇ ਅਗਾਰ ਮੀਡੀਆ ਹੈ, ਠੀਕ ਹੈ। ਉਸ ਤੋਂ ਬਾਅਦ ਕੀ ਹੁੰਦਾ ਕਿ ਪੈਟਡ ਡਿਸ਼ 'ਤੇ ਰੱਖਣ ਤੋਂ ਬਾਅਦ ਉਹ ਕੀ ਕਰ ਜਾਂਦਾ ਹੈ, ਜਦੋਂ ਅਗਾਰ ਮੀਡੀਆ ਥੋੜ੍ਹਾ ਜਿਹਾ ਸੋਲੀਡੀਫਾਈਡ ਹੋਣ ਲੱਗ ਜਾਂਦਾ, ਤੁਹਾਨੂੰ ਤੁਸੀਂ ਦੇਖਿਆ ਹੀ ਹੋਣਾ ਕਿ ਪਹਿਲਾਂ ਅਗਾਰ ਮੀਡੀਆ ਥੋੜ੍ਹਾ ਜਿਹਾ ਜੈਲੀ ਹੁੰਦਾ, ਜਦੋਂ ਉਹ ਕਾਫੀ ਟਾਈਮ ਮਤਲਬ ਪਿਆ ਰਹਿੰਦਾ ਤਾਂ ਉਸ ਤੋਂ ਬਾਅਦ ਉਹ ਸੋਲੀਡੀਫਾਈ ਹੋਣ ਲੱਗ ਜਾਂਦਾ। ਸੋ ਸੋਲੀਡੀਫਾਈਡ ਹੋਣ ਤੋਂ ਬਾਅਦ ਉਹ ਕੀ ਕਰਦਾ, ਇੱਕ ਥਿਨ ਲੇਅਰ ਜੀ ਬਣਾ ਲੈਂਦਾ ਹੈ ਇੱਥੇ ਇਹਦੀ ਸੈਲਸ ਦੀ,
ਤੇ ਅਗਾਰ ਮੀਡੀਆ ਦੀ, ਠੀਕ ਹੈ। ਸੋ ਜਿਹੜੀ ਥਿਨ ਲੇਅਰ ਹੈ ਉਹਨੂੰ ਉਸ ਤੋਂ ਬਾਅਦ ਇਨਕਿਊਬੇਟ ਕਰਦੇ ਆ। ਇਨਕਿਊਬੇਟ ਕਰਨ ਤੋਂ ਬਾਅਦ ਨਾਲ ਦੀ ਨਾਲ ਹੀ ਉਹ ਫਿਰ ਡਿਵਾਈਡ ਕਰਨ ਲੱਗ ਜਾਂਦੇ ਆ ਅਤੇ ਮਲਟੀਪਲਾਈ ਕਰਨ ਲੱਗ ਜਾਂਦੇ ਆ, ਠੀਕ ਹੈ। ਅਤੇ ਜਿਹੜੇ ਸੈਲਜ਼ ਨੇ ਉਹ ਕਲੋਨੀਜ਼ ਫਾਰਮ ਕਰਨ ਲੱਗ ਜਾਂਦੇ ਆ। ਜਿੱਦਾਂ ਤੁਸੀਂ ਵੋਲਬੌਕਸ ਵਗੈਰਾ ਦਾ ਡਾਇਗਰਾਮ ਦੇਖਿਆ ਨਾ, ਉੱਦਾਂ ਆਹ ਦੇਖੋ ਮੈਂ ਕਲੋਨੀਜ਼ ਬਣਾਈਆਂ ਨੇ, ਠੀਕ ਹੈ। ਇਨਕਿਊਬੇਸ਼ਨ ਤੋਂ ਬਾਅਦ ਫਿਰ ਉਹ ਕਲੋਨੀਜ਼ ਬਣਾਉਣ ਲੱਗ ਜਾਂਦੇ ਨੇ, ਜਿਹੜੀਆਂ ਉਹਦੇ 'ਚੋਂ ਮੋਰ ਪ੍ਰੋਡਕਟਿਵ ਕਲੋਨ ਸੈਲਜ਼ ਨੇ, ਮਤਲਬ ਕਹਿ ਲਓ ਕਿ ਜ਼ਿਆਦਾ ਕਹਿ ਲਓ ਕਿ ਫਿਟੈਸਟ ਟੂ ਦਾ ਇਨਵਾਇਰਮੈਂਟ ਨੇ ਜਿਹੜੇ ਸੈੱਲ ਨੇ ਜਾਂ ਕਲੋਨਸ ਨੇ, ਉਹਨਾਂ ਨੂੰ ਕੱਢ ਲਿਆ ਜਾਂਦਾ ਆ, ਠੀਕ ਹੈ, ਵਿਦ ਦੀ ਹੈਲਪ ਆਫ HPLC ਜਾਂ ਰੇਡੀਓ ਅਮਾਈਨੋ ਐਸਿਡ ਟੈਕਨੀਕ ਦੇ ਥਰੂ। ਉਸ ਤੋਂ ਬਾਅਦ ਉਹਨੂੰ ਕੀ ਕਰਦੇ ਨੇ, ਬਾਇਓ ਰਿਐਕਟਰ ਦੇ ਵਿੱਚ ਪਾ ਦਿੰਦੇ ਨੇ। ਆਹ ਦੇਖੋ ਮੈਂ ਲਿਖਿਆ ਮੋਰ ਪ੍ਰੋਡਕਟਿਵ ਕਲੋਨ, ਠੀਕ ਹੈ। ਸੋ ਇਹਦੇ ਵਿੱਚ ਕੀ ਕਰਦੇ ਆ, ਬਾਇਓ ਰਿਐਕਟਰ ਦੇ ਵਿੱਚ ਵਿਦ ਦੀ ਹੈਲਪ ਆਫ ਨਿਊਟਰੀਐਂਟ ਮੀਡੀਆ ਉਹਨੂੰ ਗਰੋ ਕਰਦੇ ਆ ਲਾਈਟ ਤੇ ਏਰੀਏਸ਼ਨ ਦੇ ਪ੍ਰੋਪਰ ਥਰੂ। ਉਸ ਤੋਂ ਆਪਾਂ ਕੀ ਐਕਸਟਰੈਕਟ ਕਰ ਲੈਂਦੇ ਹਾਂ, ਸੈਕੰਡਰੀ ਮੈਟਾਬੋਲਾਈਟ ਬਣ ਜਾਂਦੇ ਨੇ, ਠੀਕ ਹੈ। ਸੋ ਇੱਕ ਤਾਂ ਇਹਦਾ ਕੀ ਹੋ ਗਿਆ, ਜਿਹੜੀਆਂ ਆਪਾਂ ਪੈਟਰੀ ਡਿਸ਼ ਤੇ ਅਗਾਰ ਤੇ ਸੈੱਲ ਗਰੋ ਕੀਤੇ, ਉਹਨੂੰ ਆਪਾਂ ਥਿਨ ਲੇਅਰ ਬਣਾਇਆ, ਉਸ ਤੋਂ ਬਾਅਦ ਇਨਕਿਊਬੇਟ ਕੀਤਾ, ਸੋ ਉਹਦੇ ਨਾਲ ਕਲੋਨੀਜ਼ ਬਣ ਗਈਆਂ। ਉਹਦੇ 'ਚੋਂ ਆਪਾਂ ਪਿਓਰ ਵਾਲੇ ਕੱਢ ਲਏ, ਉਹਨਾਂ ਨੂੰ ਆਪਾਂ ਕੀ ਕੀਤਾ, ਇਹਦੇ ਵਿੱਚ ਗਰੋ ਕੀਤਾ ਅਤੇ ਆਪਾਂ ਉਹਨੂੰ ਸੈਕੰਡਰੀ ਮੈਟਾਬੋਲਾਈਟਸ ਬਣ ਗਏ। ਇੱਕ ਟੈਕਨੀਕ ਕੀ ਆ ਕਿ ਸਿੱਧਾ ਹੀ ਇਸ ਪੈਟਰੀ ਡਿਸ਼ ਦੀ ਕਲੋਨੀ ਦੇ ਵਿੱਚ, ਜਿਹਦੇ ਵਿੱਚ ਸੈੱਲ ਨੇ ਅਤੇ ਅਗਾਰ ਮੀਡੀਆ ਆ, ਉਹਦੇ ਤੋਂ ਆਪਾਂ ਸਿੱਧਾ ਹੀ ਐਮਬ੍ਰਿਓਇਡ ਫਾਰਮੇਸ਼ਨ ਕਰਨੀ, ਉਸ ਤੋਂ ਸਿੱਧਾ ਹੀ ਪਲਾਂਟ ਦੀ ਰੀਜਨਰੇਸ਼ਨ ਕਰਨੀ, ਜਿਹਦੇ ਨਾਲ ਆਪਾਂ ਨੂੰ ਇੱਕ ਨਿਊ ਪਲਾਂਟ ਮਿਲ ਗਿਆ, ਠੀਕ ਹੈ। ਸੋ ਇਹ 2 ਤਰੀਕੇ ਨੇ ਇਹਨੂੰ ਗਰੋ ਕਰਨ ਦੇ। ਇਹਨੂੰ ਪੜ੍ਹ ਲਿਓ, ਅਗਰ ਨਾ ਕੁਛ ਪਤਾ ਚੱਲਿਆ ਤਾਂ ਮੈਨੂੰ ਪੁੱਛ ਲਿਓ। ਥੈਂਕ ਯੂ ਸੋ ਮਚ ਬੇਟਾ।